ਹੈਲੋ एवरीवन ਵੈਲਕਮ ਬੈਕ ਟੂ ਦ ਚੈਨਲ ਆਰ ਸਿਵਲਸ ਪੰਜਾਬ। ਇਸ ਵੀਡੀਓ ਦੇ ਵਿੱਚ PTPLSV ਵੱਲੋਂ ਲਏ ਗਏ ਲਾਸਟ ਐਕਸਾਈਜ਼ ਇੰਸਪੈਕਟਰ ਐਗਜ਼ਾਮ ਦੇ ਟੌਪਰ ਰੈਂਕ 1 ਕਨਵ ਸ਼ਰਮਾ, ਰੈਂਕ 2 ਹਰਸਿਮਰਨ ਸਿੰਘ ਦੇ ਵਿਲ ਬੀ ਸ਼ੇਅਰਿੰਗ देयर ਸਟ੍ਰੈਟਜੀ, ਰਿਸੋਰਸਿਸ ਐਂਡ ਅਪਰੋਚ। ਦੋਨੋਂ ਟੌਪਰਸ ਨੂੰ ਇੱਕੋ ਪਲੇਟਫਾਰਮ ਤੇ ਲੈ ਕੇ ਆਉਣ ਦਾ ਸਾਡਾ ਇਹੀ ਮਕਸਦ ਹੈ ਕਿ ਬੱਚਿਆਂ ਨੂੰ ਇੱਕ ਇਨਸਾਈਟਸ ਪ੍ਰੋਵਾਈਡ ਕਰਨਾ ਕਿ ਉਹਨਾਂ ਦੀ ਸਟ੍ਰੈਟਜੀ, ਅਪਰੋਚ ਅਤੇ ਰਿਸੋਰਸਿਸ ਬਾਕੀਆਂ ਨਾਲੋਂ ਬਿਲਕੁਲ ਵੱਖ ਹੋ ਸਕਦੇ ਹੈ। But that thing shouldn't be worrying for them. Instead of that, they should be focusing on their consistency, their hard work, ਅਤੇ ਉਹਨਾਂ ਦਾ positive attitude towards their preparation as well as their positive mindset ਜਦੋਂ ਉਹਨਾਂ ਨੇ ਪੇਪਰ ਦੇਣ ਜਾਣਾ। ਇਹ ਅਕਸਰ ਵੇਖਿਆ ਗਿਆ ਕਿ ਬੱਚੇ ਵੱਧ ਤੋਂ ਵੱਧ ਰਿਸੋਰਸਿਸ ਇਕੱਠੇ ਕਰਨ ਦੇ ਵਿੱਚ ਲੱਗੇ ਹੁੰਦੇ ਆ, but the only key to success is multiple revisions। ਤੁਹਾਡੇ ਰਿਸੋਰਸਿਸ ਬੇਸ਼ੱਕ ਡਿਫਾਈਨਡ ਹੋਣ, ਘੱਟ ਹੋਣ, ਉਹ ਚੀਜ਼ ਤੁਹਾਡੇ ਲਈ ਪਰੇਸ਼ਾਨੀ ਨਹੀਂ। ਤੁਸੀਂ ਜਿੰਨੀ ਵੱਧ ਮਲਟੀਪਲ ਰਿਵੀਜ਼ਨਸ ਕਰੋਗੇ, ਜਿੰਨਾ ਵੱਧ ਵੈਲਿਊ ਐਡੀਸ਼ਨ ਕਰੋਗੇ ਆਪਣੇ ਰਿਸੋਰਸਿਸ ਦੇ ਵਿੱਚ, ਤੁਸੀਂ ਓਨੇ ਵੱਧ ਹੀ ਮਾਰਕਸ ਲੈ ਕੇ ਆਓਗੇ। ਸੋ ਆਲਵੇਜ਼ ਵਰਕ ਇਨ ਦ ਰਾਈਟ ਡਾਇਰੈਕਸ਼ਨ। ਇੱਕ ਸਮਾਰਟ ਅਪਰੋਚ ਦੇ ਨਾਲ ਆਪਣੀ ਪ੍ਰੈਪਰੇਸ਼ਨ ਕਰਨੀ ਹੈ। ਹੋਪ ਦਿਸ ਵੀਡੀਓ ਵਿਲ ਬੀ ਵੈਰੀ ਬੈਨੀਫੀਸ਼ੀਅਲ ਫॉर ਯੂ। And for more such initiatives, please do subscribe the RAR Civils Punjab channel and follow us on Telegram. The link is in the description box. ਹੈਲੋ ਫਰੈਂਡਸ, ਮੇਰਾ ਨਾਮ ਹਰਸਿਮਰਨ ਸਿੰਘ ਹੈ। ਮੈਂ ਡਿਸਟ੍ਰਿਕਟ ਫਾਜ਼ਿਲਕਾ ਤੋਂ ਬਿਲੋਂਗ ਕਰਦਾ ਅਤੇ ਮੈਂ ਆਪਣੀ ਬੇਸਿਕ ਸਕੂਲਿੰਗ ਚੰਡੀਗੜ੍ਹ ਸੈਕਟਰ 18 NPS ਸਕੂਲ ਤੋਂ ਕਰੀ। ਉਸ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਮੈਂ DAV 10 ਤੋਂ ਇਕਨੋਮਿਕਸ ਔਨਰਸ ਵਿੱਚ ਕਰੀ ਅਤੇ ਉਸ ਤੋਂ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਸ ਇਨ ਇਕਨੋਮਿਕਸ ਕਰਕੇ ਅਤੇ ਉਸ ਤੋਂ ਬਾਅਦ ਮੇਰਾ ਜਿਹੜਾ ਫੋਕਸ ਸੀਗਾ ਉਹ ਗੌਰਮੈਂਟ ਜੋਬ ਵੱਲ ਜ਼ਿਆਦਾ ਹੋਣ ਕਰਕੇ ਮੈਂ ਆਪਦੀ ਤਿਆਰੀ ਉਸ ਤੋਂ ਬਾਅਦ ਸ਼ੁਰੂ ਕਰਤੀ। ਹੈਲੋ ਐਵਰੀਵਨ, ਮਾਈ ਨੇਮ ਇਜ਼ ਕਨਵ ਸ਼ਰਮਾ ਅਤੇ ਮੈਂ ਬਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ। ਮੈਂ ਆਪਣੀ ਸਕੂਲਿੰਗ ਬਠਿੰਡਾ ਤੋਂ ਹੀ ਕੀਤੀ ਹੈ। ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਹੈ ਸੋਸ਼ੀਓਲੋਜੀ ਔਨਰਸ ਦੇ ਵਿੱਚ ਫਰੋਮ ਪੋਸਟ ਗ੍ਰੈਜੂਏਟ ਗੌਰਮੈਂਟ ਕਾਲਜ ਸੈਕਟਰ 11 ਚੰਡੀਗੜ੍ਹ। ਉਸ ਤੋਂ ਬਾਅਦ ਮੈਂ ਮਾਸਟਰਸ ਕੀਤੀ ਹੈ ਸੋਸ਼ੀਓਲੋਜੀ ਦੇ ਵਿੱਚ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ। ਉਸ ਤੋਂ ਬਾਅਦ ਆਫਟਰ ਡੂਇੰਗ ਮਾਈ ਗ੍ਰੈਜੂਏਸ਼ਨ ਮੈਂ 2019-20 ਦੇ ਵਿੱਚ ਆਪਣੀ ਪ੍ਰੈਪਰੇਸ਼ਨ ਸ਼ੁਰੂ ਕਰਤੀ ਸੀ ਫॉर ਗਵਰਨਮੈਂਟ ਜੌਬਸ। ਅਤੇ 2018 ਦੇ ਵਿੱਚ ਮੈਂ ਆਪਦੀ ਪ੍ਰੈਪਰੇਸ਼ਨ ਸਟਾਰਟ ਕਰੀ ਸਿਵਲਸ ਵਾਸਤੇ ਅਤੇ ਜਿਹੜਾ ਫਸਟ ਪੇਪਰ ਮੈਂ ਕਲੀਅਰ ਕੀਤਾ ਉਹ ਸੀਗਾ ਸੈਂਟਰਲ ਆਰਮਡ ਪੁਲਿਸ ਫੋਰਸ ਦਾ ਅਸਿਸਟੈਂਟ ਕਮਾਂਡੈਂਟ ਦਾ, ਬਟ ਮੈਂ ਜੁਆਇਨ ਨਹੀਂ ਕੀਤਾ ਉਹ। ਅਤੇ ਉਸ ਤੋਂ ਬਾਅਦ ਮੇਰਾ ਫੋਕਸ UPSC ਅਤੇ PCS ਵੱਲ ਰਿਹਾ ਅਤੇ ਨਾਲ ਤਿਆਰੀ ਚੱਲਦੀ ਰਹੀ। ਅਤੇ ਉਸੇ ਟਾਈਮ ਦੇ ਦੌਰਾਨ ਕਰੋਨਾ ਆਉਣ ਕਰਕੇ ਮੈਨੂੰ ਸੈਲਫ ਸਟੱਡੀ ਦਾ ਜ਼ਿਆਦਾ ਮੌਕਾ ਮਿਲਿਆ ਅਤੇ ਜਿਵੇਂ ਫਿਰ ਪੰਜਾਬ ਗੌਰਮੈਂਟ ਦੇ ਪੇਪਰ ਆਉਂਦੇ ਰਹੇ ਔਰ ਇੱਕ ਕਰਕੇ ਫਿਰ ਮੇਰੇ ਕਲੀਅਰ ਹੁੰਦੇ ਰਹੇ ਸਾਰੇ। ਅਤੇ ਫਿਰ ਮੈਂ 3 ਪੇਪਰ ਦਿੱਤੇ। ਇੱਕ ਤਾਂ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਸੀਗਾ, ਉਹਦੇ ਵਿੱਚ ਵੀ ਮੇਰੇ ਵਧੀਆ ਮਾਰਕਸ ਸੀਗੇ, ਪਰ ਉਹ ਪੇਪਰ ਕੈਂਸਲ ਹੋ ਗਿਆ। ਉਸ ਤੋਂ ਬਾਅਦ ਪਟਵਾਰੀ ਦਾ ਪੇਪਰ ਹੋਇਆ, ਉਹਦੇ ਵਿੱਚ ਮੇਰਾ ਆਲ ਓਵਰ ਪੰਜਾਬ ਦੇ ਵਿੱਚੋਂ 51 ਰੈਂਕ ਸੀਗਾ। ਅਤੇ ਉਸ ਤੋਂ ਬਾਅਦ ਐਕਸਾਈਜ਼ ਇੰਸਪੈਕਟਰ ਦਾ ਜਿਹੜਾ ਪੇਪਰ ਹੋਇਆ ਅਤੇ ਉਹਦੇ ਵਿੱਚ ਮੇਰਾ 2nd ਰੈਂਕ, ਪਰਮਾਤਮਾ ਦੀ ਕਿਰਪਾ ਨਾਲ 2nd ਰੈਂਕ ਆਇਆ। ਅਤੇ ਫਿਲਹਾਲ ਮੈਂ ਐਕਸਾਈਜ਼ ਇੰਸਪੈਕਟਰ ਮੋਹਾਲੀ ਦੇ ਵਿੱਚ ਪੋਸਟਡ ਹਾਂ ਅਤੇ ਔਨ ਜੋਬ ਆ। ਸੋ ਆਫਟਰ ਡੂਇੰਗ ਮਾਈ ਗ੍ਰੈਜੂਏਸ਼ਨ, ਜਦੋਂ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਦੇ ਵਿੱਚ, ਅਤੇ ਮੈਂ ਫਿਰ ਪ੍ਰੈਪਰੇਸ਼ਨ ਸਟਾਰਟ ਕੀਤੀ ਕੋਚਿੰਗ ਲਈ। ਅਤੇ ਜਦੋਂ ਕੋਚਿੰਗ ਖਤਮ ਹੋਣ ਤੋਂ ਬਾਅਦ ਵੀ ਮੈਨੂੰ ਇੱਕ ਚੀਜ਼ ਜੋ ਮੈਂ ਰਿਅਲਾਈਜ਼ ਕੀਤੀ ਵੀ ਮੈਨੂੰ ਥੋੜ੍ਹਾ ਮੈਥ ਐਂਡ ਰੀਜ਼ਨਿੰਗ ਦੇ ਵਿੱਚ ਜੋ ਪ੍ਰੋਬਲਮ ਆ ਰਹੀ ਆ, ਮੈਂ ਸੈਲਫ ਸਟੱਡੀ 'ਤੇ ਜ਼ਿਆਦਾ ਰਿਲਾਈ ਕੀਤਾ। ਸੈਲਫ ਸਟੱਡੀ 'ਤੇ ਰਿਲਾਈ ਕਰਦੇ ਇੱਕ ਕੰਸਿਸਟੈਂਸੀ ਮੇਨਟੇਨ ਰੱਖੀ ਆਪਦੀ। ਅਤੇ 2020 'ਚ ਮੈਂ ਆਪਦੇ ਐਗਜ਼ਾਮ ਜਦੋਂ ਮੈਂ ਦਿੱਤਾ, ਪਹਿਲਾ ਐਗਜ਼ਾਮ ਦਿੱਤਾ ਸੀ ਮੈਂ UGC ਨੈਟ ਦਾ ਐਗਜ਼ਾਮ ਦਿੱਤਾ ਸੀਗਾ, ਜੋ ਮੇਰਾ ਕਲੀਅਰ ਹੋਇਆ ਸੀਗਾ। UGC JRF ਕਲੀਅਰ ਸੀਗਾ ਮੇਰਾ ਸੋਸ਼ੀਓਲੋਜੀ ਦੇ ਵਿੱਚ। ਉਸ ਤੋਂ ਬਾਅਦ ਪੰਜਾਬ ਦੇ ਐਗਜ਼ਾਮ ਦਿੱਤੇ। ਮੈਂ ਪਹਿਲਾ ਐਗਜ਼ਾਮ ਦਿੱਤਾ ਮੈਂ ਪਟਵਾਰੀ ਦੇ ਵਿੱਚ ਮੇਰਾ ਪੰਜਾਬ 'ਚ 32nd ਰੈਂਕ ਸੀਗਾ ਆਲ ਓਵਰ। ਅਤੇ ਕਰੰਟਲੀ ਮੈਂ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਕਲੀਅਰ ਕੀਤਾ ਸੀਗਾ, ਜਿਸ ਵਿੱਚ ਮੇਰਾ ਪੰਜਾਬ ਦੇ ਵਿੱਚ 1st ਰੈਂਕ ਸੀ। ਅਤੇ ਹੁਣ ਮੈਂ ਐਜ਼ ਐਨ ਐਕਸਾਈਜ਼ ਇੰਸਪੈਕਟਰ ਪੋਸਟਡ ਹੈ ਲੁਧਿਆਣਾ ਸੀ। ਸੋ ਜਦੋਂ ਵੀ ਤੁਸੀਂ ਕੋਈ ਪੇਪਰ ਦੀ ਤਿਆਰੀ ਸ਼ੁਰੂ ਕਰਦੇ ਹੋ, ਸਭ ਤੋਂ ਪਹਿਲਾ ਜਿਹੜਾ ਬੇਸਿਕ ਕੰਮ ਹੁੰਦਾ, ਤੁਸੀਂ ਉਸ ਪੇਪਰ ਦੇ ਬਾਰੇ ਡੀਪ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਵੀ ਉਸ ਪੇਪਰ ਦੀ ਡਿਮਾਂਡ ਕੀ ਹੈ। ਦੇਖੋ, ਸਾਰੇ ਸਿਵਲਸ ਦੀ ਤਿਆਰੀ ਕਰ ਰਹੇ ਆ ਜਾਂ UPSC ਦੀ ਤਿਆਰੀ ਕਰ ਰਹੇ ਆ, ਪੰਜਾਬ ਦੀ ਤਿਆਰੀ ਕਰ ਰਹੇ ਆ, ਉਹਨਾਂ ਦੇ ਵਿੱਚੋਂ ਤੁਸੀਂ ਹਰ ਪੇਪਰ ਨੂੰ ਕਲੀਅਰ ਨਹੀਂ ਕਰ ਸਕਦੇ। ਉਹਦੀ ਡਿਮਾਂਡ ਅਲੱਗ ਆ। ਜਿਹੜੇ ਪੰਜਾਬ ਓਰੀਐਂਟਡ ਕੁਛ
ਬੇਸਿਕ PSSB ਪੇਪਰ ਲੈਂਦੀ ਆ ਉਹਦੀ ਡਿਮਾਂਡ ਅਲੱਗ ਆ। ਸੋ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਕਿਸੇ ਵੀ ਪੇਪਰ ਵਾਸਤੇ ਤੁਸੀਂ ਤਿਆਰੀ ਕਰਦੇ ਆ, ਬੀਟ ਪਟਵਾਰੀ, ਬੀਟ ਪੁਲਿਸ ਦਾ ਸਬ ਇੰਸਪੈਕਟਰ ਦਾ ਪੇਪਰ ਆ, ਐਕਸਾਈਜ਼ ਦਾ ਪੇਪਰ ਆ ਜਾਂ ਕਲਰਕ ਦਾ ਪੇਪਰ ਆ, ਤਾਂ ਤੁਸੀਂ ਉਹਦੀ ਡਿਮਾਂਡ ਵੇਖੋ। ਕੁਐਸਚਨ ਜਿਹੜਾ ਹੈ ਆਪਣਾ ਪੇਪਰ, ਉਹਦੀ ਡਿਮਾਂਡ ਕੀ ਆ। ਸਭ ਤੋਂ ਪਹਿਲਾਂ ਤੁਸੀਂ 1-2 ਦਿਨ ਲਾ ਕੇ ਦੇਖੋ ਵੀ ਇਹਦੇ ਵਿੱਚੋਂ ਜਿਹੜਾ ਮੈਂ ਸਿਵਲਸ ਦੀ ਤਿਆਰੀ ਕਰ ਰਿਹਾ ਉਹਦੇ ਵਿੱਚੋਂ ਮੈਂ ਕਿੰਨਾ ਇਹਦੇ ਵਿੱਚ ਕੰਟਰੀਬਿਊਟ ਕਰ ਸਕਦਾ ਇਸ ਪੇਪਰ ਦੇ ਵਿੱਚ, ਤੇ ਮੈਨੂੰ ਅਲੱਗ ਤੋਂ ਕਿੰਨੀ ਮਿਹਨਤ ਕਰਨੀ ਪਊਗੀ। ਜਦੋਂ ਤੁਸੀਂ ਇਹ ਚੀਜ਼ਾਂ ਡਿਸਾਈਡ ਕਰ ਲਓਗੇ ਕੈਲਕੂਲੇਟਰਲੀ, ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਮੇਰੀ ਇੰਨੀ ਕੁ ਪ੍ਰੈਪਰੇਸ਼ਨ ਆਲਰੇਡੀ ਤਿਆਰੀ 'ਚ ਹੈ ਤੇ ਮੈਂ ਇੰਨੀ ਕੁ ਮੈਨੂੰ ਅਲੱਗ ਤੋਂ ਤਿਆਰ ਕਰਨੀ ਪੈਣੀ ਹੈ। ਸੋ ਮੈਂ ਜੇ ਹੁਣ ਅਪਰੋਚ ਦੀ ਗੱਲ ਕਰਾਂ ਵੀ ਅਪਰੋਚ ਕੀ ਹੋਣੀ ਚਾਹੀਦੀ ਹੈ ਤੁਹਾਡੀ ਪ੍ਰੈਪਰੇਸ਼ਨ ਟਾਈਮ। ਸੋ ਸਭ ਤੋਂ ਪਹਿਲਾਂ ਤੁਸੀਂ ਫੋਰ ਐਗਜ਼ਾਮਪਲ ਜੇ PSSB ਦਾ ਐਗਜ਼ਾਮ ਦੇਣਾ, ਪਹਿਲਾਂ ਤਾਂ ਤੁਸੀਂ ਉਹਦੇ PYQs ਐਨਾਲਿਸਿਸ ਕਰੋ। ਉਹਨਾਂ ਦੀ ਐਨਾਲਿਸਿਸ ਕਰਨ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗ ਜੂਗਾ ਵੀ ਕਿਹੜੇ ਸਬਜੈਕਟ ਦੀ ਕੀ ਡਿਮਾਂਡ ਹੈ। ਲਾਈਕ ਇਕੋਨਮਿਕਸ ਦੇ ਤੁਹਾਨੂੰ ਕਿਸ ਲੈਵਲ ਤੱਕ ਦੇ ਕੁਐਸਚਨ ਪੁੱਛ ਸਕਦੀ ਹੈ PSSB। ਸੋ ਤੁਸੀਂ ਉਸ ਹਿਸਾਬ ਨਾਲ ਤਿਆਰੀ ਕਰਨੀ ਹੈ ਤੇ ਉਸ ਹਿਸਾਬ ਨਾਲ ਆਪਣੇ ਸੋਰਸ ਡਿਸਾਈਡ ਕਰਨੇ ਆ। ਸੋ ਜੇ ਆਪਾਂ ਰਿਸੋਰਸਿਸ ਦੀ ਗੱਲ ਕਰੀਏ ਅਕੋਰਡਿੰਗ ਟੂ ਡਿਮਾਂਡ ਆਫ ਦਾ ਪੇਪਰ, ਤੇ ਜਿਹੜੇ ਬੇਸਿਕ GS ਦੇ ਮੇਰੇ ਰਿਸੋਰਸ ਸੀਗੇ, ਪੋਲਿਟੀ ਵਾਸਤੇ ਲਕਸ਼ਮੀਕਾਂਤ, ਅਤੇ ਹਿਸਟਰੀ ਵਾਸਤੇ ਜਿਵੇਂ ਮਾਡਰਨ ਹਿਸਟਰੀ ਵਾਸਤੇ ਮੇਰੀ ਆਪਣੀ ਸੀਗੀ ਸਪੈਕਟਰਮ ਹੋ ਗਈ, ਜਾਂ ਹੋਰ NCERT ਦੀਆਂ ਬੁੱਕਸ ਹੋ ਗਈਆਂ। ਅਤੇ ਜਿਵੇਂ ਜੇ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਮੈਂ ਔਨਲਾਈਨ ਸੋਰਸ ਫੋਲੋ ਕਰੇ ਸੀਗੇ। ਉਹਦੇ ਵਿੱਚ ਜਿਵੇਂ ਇਨਵਾਇਰਮੈਂਟ ਨੂੰ ਥੋੜ੍ਹਾ ਜਿਹਾ ਫੋਕਸ ਕਰਕੇ ਪੰਜਾਬ ਦੇ ਰਿਲੇਟਡ ਕੋਈ ਇਨਵਾਇਰਮੈਂਟ ਮਤਲਬ ਕਰੰਟ ਅਫੇਅਰ ਦਾ ਕੋਈ ਕੁਐਸਚਨ ਮਤਲਬ ਬਣ ਸਕਦੇ ਹੋਣ, ਪੋਲਿਟੀ ਦੇ ਰਿਲੇਟਡ, ਇੰਟਰਨੈਸ਼ਨਲ ਰਿਲੇਸ਼ਨ ਦੇ ਰਿਲੇਟਡ, ਜਿਹੜੇ ਬਹੁਤ ਕਰੈਕਸ ਟੌਪਿਕ ਹੁੰਦੇ ਆ ਹਰ ਕਿਸੇ ਵੀ ਐਗਜ਼ਾਮ ਵਾਸਤੇ, ਉਹਨਾਂ ਨੂੰ ਫੋਕਸ ਕੀਤਾ। ਉਸ ਤੋਂ ਬਾਅਦ ਮੈਥ ਅਤੇ ਰੀਜ਼ਨਿੰਗ ਵਾਸਤੇ ਮੈਂ ਆਪਣਾ RS ਅਗਰਵਾਲ ਨੂੰ ਫੋਲੋ ਕੀਤਾ, ਉਹ 'ਤੇ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਕੰਪਿਊਟਰ ਵਾਸਤੇ ਲੂਸੈਂਟ ਅਤੇ ਔਨਲਾਈਨ ਸੋਰਸਿਸ ਕੀਤੇ, ਉਹਦੇ ਵਾਸਤੇ ਵੀ ਆਪਦੇ ਸੈਲਫ ਨੋਟਸ ਬਣਾਏ ਅਤੇ ਉਹਨਾਂ ਨੂੰ ਰਿਵਾਈਜ਼ ਕੀਤਾ ਜ਼ਿਆਦਾ ਤੋਂ ਜ਼ਿਆਦਾ। ਪੰਜਾਬੀ ਵਾਸਤੇ ਨਰਿੰਦਰ ਦੁੱਗਲ ਦੀ ਬੁੱਕ ਆ, ਉਹਨੂੰ ਫੋਲੋ ਅਪ ਕੀਤਾ। ਅਤੇ ਆਪਾਂ ਜਿਹੜਾ ਪੰਜਾਬ GK ਸੀ ਜਿਹੜੀ, ਉਹਦੇ ਵਾਸਤੇ ਇੱਕ ਤਾਂ ਆਪਣੀ ਸਾਡਾ ਪੰਜਾਬ ਬੁੱਕ ਆਉਂਦੀ ਹੈ, ਉਹ ਤਾਂ ਸਟੈਂਡਰਡ ਬੁੱਕ ਹੈ, ਚਲੋ ਫੋਲੋ ਕਰਨੀ ਆ। ਬਟ ਜਦੋਂ ਤੁਸੀਂ ਉਹਨੂੰ ਪੜ੍ਹ ਰਹੇ ਹੋ, ਜੋ ਵੀ ਕੋਈ ਟੌਪਿਕ ਹੁੰਦਾ ਉਹਨੂੰ ਔਨਲਾਈਨ ਸਰਚ ਕਰਕੇ ਨਾਲ ਉਹਦੇ 'ਚ ਐਡ ਔਨ ਕਰਦੇ ਗਏ ਇਨਫੋਰਮੇਸ਼ਨ ਵੀ ਇੱਥੋਂ ਹੋਰ ਕੋਈ ਕੀ ਕੁਐਸਚਨ ਬਣ ਸਕਦੇ ਆ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਟੌਪਿਕ ਆ ਜਾਂ ਗੁਰੂਆਂ ਬਾਰੇ ਕੋਈ ਟੌਪਿਕ ਆ, ਉਹਦੇ ਵਿੱਚ ਵੀ ਇੱਥੋਂ ਹੋਰ ਕੁਐਸਚਨ ਕੀ ਹੈ। ਜੇ ਕੋਈ ਕਰੰਟ ਟੌਪਿਕ ਦੇ ਵਿੱਚ ਕਰੰਟ ਦੇ ਵਿੱਚ ਕੋਈ ਮੇਲਾ ਜਾਂ ਅਨੰਦਪੁਰ ਸਾਹਿਬ ਦਾ ਜਿਵੇਂ ਕੋਈ ਆ ਰਿਹਾ, ਜਾਂ ਕੋਈ ਹੈਪਨਿੰਗ ਹੁੰਦੀ ਸੋ ਉਸ ਰਿਲੇਟਡ ਕੋਈ, ਆਪਾਂ ਆਪਦੇ ਕਰੰਟ ਨੂੰ ਐਡ ਕਰ ਸਕਦੇ, ਕਰੰਟ ਟੌਪਿਕ ਨੂੰ। ਅਤੇ ਇੰਗਲਿਸ਼ ਵਾਸਤੇ ਮੈਂ ਬੁੱਕ ਫੋਲੋ ਕਰੀ ਸੀ, ਗ੍ਰਾਮਰ ਵਾਸਤੇ SP ਬਖਸ਼ੀ। ਬਟ ਮੇਨਲੀ ਜਿਹੜਾ ਫੋਕਸ ਹੋਣਾ ਚਾਹੀਦਾ ਵੀ ਤੁਸੀਂ ਕਿਵੇਂ ਕਰਦੇ ਹੋ, ਮੇਨ ਰਿਵੀਜ਼ਨ ਤੁਸੀਂ ਜਦੋਂ ਵੀ ਕਰਦੇ ਹੋ, ਐ ਨਹੀਂ ਵੀ ਤੁਸੀਂ ਅੱਜ ਮੈਥ ਸ਼ੁਰੂ ਕਰ ਲਿਆ ਅਤੇ ਸਾਰਾ ਦਿਨ ਮੈਥ ਹੀ ਕਰੇ ਜਾਓਗੇ। ਉਹ ਨਹੀਂ, ਮੈਂ ਐਵੇਂ ਨਹੀਂ ਕੀਤਾ ਸੀਗਾ। ਮੈਂ ਕਰਦਾ ਸੀਗਾ ਵੀ ਮੈਂ ਸਿਲੇਬਸ ਵਾਈਜ਼ ਪੋਰਸ਼ਨ ਵੰਡ ਲਏ ਆਪਦੇ। ਜਿਵੇਂ ਅਸੀਂ ਇੱਕ ਸਵੇਰੇ ਉੱਠਦਿਆਂ ਸਰ ਮੈਂ 2 ਘੰਟੇ ਮੈਥ ਪਲੱਸ ਰੀਜ਼ਨਿੰਗ ਕਰ ਲੈਂਦਾ ਸੀ, ਕਿਉਂਕਿ ਆਪਣਾ ਮਾਇੰਡ ਸੁਬਾਹ ਫਰੈਸ਼ ਹੁੰਦਾ ਅਤੇ ਉਹਦੀ ਜਿਹੜੀ ਆਊਟਪੁੱਟ ਹੁੰਦੀ ਆ ਉਹ ਜ਼ਿਆਦਾ ਵਧੀਆ ਹੁੰਦੀ ਆ। ਉਸ ਤੋਂ ਬਾਅਦ ਫਿਰ ਮੈਂ ਆਪਦਾ ਕੋਈ GS ਕਰਦਾ ਸੀ, ਕੋਈ ਵੀ ਮੈਂ ਭਲਾ ਪੋਲਿਟੀ ਕਰ ਲਾਂ, ਜਾਂ ਜਿਵੇਂ ਇੱਕ ਵਾਰੀ ਮੈਂ ਪੋਲਿਟੀ ਕਰ ਲਈ, ਪੋਲਿਟੀ ਖਤਮ ਕਰ ਲੂੰਗਾ, ਫਿਰ ਮੈਂ ਇੱਕ ਸਲੋਟ ਰੱਖਿਆ ਸੀ। ਉਸ ਤੋਂ ਬਾਅਦ ਮੈਂ ਦੁਪਹਿਰ ਤੋਂ ਬਾਅਦ ਆਪਦਾ ਖਾਣਾ ਖਾ ਕੇ ਇੱਕ ਸਲੋਟ ਰੱਖਿਆ ਸੀ, ਜਿਹਦੇ ਵਿੱਚ ਮੈਂ ਆਪਣਾ ਕਰਦਾ ਹੁੰਦਾ ਸੀਗਾ ਇੰਗਲਿਸ਼ ਕਰ ਲਈ ਜਾਂ ਪੰਜਾਬੀ ਕਰ ਲਈ ਜਾਂ ਮੈਂ ਕੰਪਿਊਟਰ ਕਰ ਲਿਆ, ਠੀਕ ਆ, ਉਹਦੇ ਵਿੱਚ ਇੱਕ ਸਲੋਟ ਰੱਖਿਆ ਸੀ। ਸ਼ਾਮ ਨੂੰ ਮੇਰਾ ਸਲੋਟ ਹੁੰਦਾ ਸੀ, ਉਹਦੇ ਵਿੱਚ ਮੈਂ ਪੰਜਾਬ ਰਿਲੇਟਡ ਕਰਦਾ ਹੁੰਦਾ ਸੀ, ਅਤੇ ਰਾਤ ਨੂੰ ਸੌਣ ਲੱਗਿਆ ਮੈਂ ਕਰੰਟ ਅਫੇਅਰ ਕਰਕੇ ਸੌਂਦਾ ਹੁੰਦਾ ਸੀ। ਸੋ ਮੈਂ ਸਾਰੇ ਦਿਨ ਦੇ ਵਿੱਚ ਮੈਨੂੰ ਇਹ ਹੁੰਦਾ ਸੀ ਵੀ ਮੇਰਾ ਸਾਰਾ ਜਿਹੜਾ ਸਿਲੇਬਸ ਆ ਕੰਪਲੀਟਲੀ ਰੋਜ਼ ਚੱਲਦਾ ਰਹੇ। ਸੋ ਹੁਣ ਜੇ ਸੋਰਸਿਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜਿਵੇਂ ਮੈਥ ਦੀ, ਕੁਆਂਟ ਦੀ। ਅਤੇ ਕੁਆਂਟ ਦੇ ਵਿੱਚ ਜੇ ਤੁਸੀਂ ਮੰਨ ਲਓ ਆਫਲਾਈਨ ਕੋਚਿੰਗ ਲਈ ਹੈ, ਵੈਲ ਐਂਡ ਗੁੱਡ। ਅਤੇ ਉਦੋਂ ਬਾਅਦ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇੱਕ YouTube ਚੈਨਲ ਹੈ ਜੋ ਮੈਂ ਵੀ ਫੋਲੋ ਕੀਤਾ ਸੀਗਾ, ਪਵਨ ਰਾਓ ਮੈਥਸ ਕਰਕੇ ਹੈਗਾ YouTube ਦੇ ਉੱਤੇ, ਅਤੇ ਉਹਨਾਂ ਦੀ ਤੁਸੀਂ ਮੈਥਸ ਦੇ ਲੈਕਚਰ ਲਾ ਸਕਦੇ ਹੋ। ਓਨਲੀ ਦੋਜ਼ ਚੈਪਟਰਸ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਤੁਸੀਂ ਵੀਕ ਹੋ, ਅਤੇ ਤੁਹਾਨੂੰ ਸਾਰੇ ਲਗਾਉਣ ਦੀ ਲੋੜ ਨਹੀਂ। ਆਪਦਾ ਟਾਈਮ ਮਤਲਬ ਵੇਸਟ ਨਾ ਕਰੋ। ਜਿੱਥੇ ਤੁਹਾਨੂੰ ਲੱਗਦਾ, ਫੋਰ ਐਗਜ਼ਾਮਪਲ ਤੁਹਾਨੂੰ ਪ੍ਰੋਬੇਬਿਲਿਟੀ ਚੈਪਟਰ 'ਚ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਪ੍ਰੋਬੇਬਿਲਿਟੀ ਚੈਪਟਰ ਪੂਰਾ ਕੰਪਲੀਟਲੀ ਪਵਨ ਰਾਓ ਸਰ ਤੋਂ ਪੜ੍ਹੋ। ਜੇ ਹੁਣ ਰੀਜ਼ਨਿੰਗ ਦੀ ਗੱਲ ਕਰੀਏ ਤਾਂ ਰੀਜ਼ਨਿੰਗ ਦਾ ਤੁਸੀਂ ਪਹਿਲਾਂ ਆਪਣੇ ਜੋ ਵੀ ਪ੍ਰੈਕਟਿਸ ਕਰ ਰਹੇ ਹੋ ਕਰੋ, ਅਤੇ ਉਦੋਂ ਬਾਅਦ ਜੇ ਤੁਹਾਨੂੰ ਫਿਰ ਵੀ ਪ੍ਰੋਬਲਮ ਆ ਰਹੀ ਹੈ ਤਾਂ ਪੀਯੂਸ਼ ਵਾਰਸ਼ਨੇ ਸਰ ਹੈਗੇ ਨੇ YouTube 'ਤੇ, ਉਹਨਾਂ ਦੇ ਲੈਕਚਰਸ ਅਵੇਲੇਬਲ ਨੇ। ਤੁਸੀਂ ਉਹਨਾਂ ਤੋਂ ਆਪਦੇ ਰੀਜ਼ਨਿੰਗ ਦੇ ਜੋ ਵੀ ਡਾਊਟਸ ਆ ਉਹ ਕਲੀਅਰ ਕਰ ਸਕਦੇ ਹੋ। ਉਸ ਤੋਂ ਬਾਅਦ ਕੁਆਂਟ ਐਂਡ ਰੀਜ਼ਨਿੰਗ ਦਾ ਇਹ ਬੇਸਿਕਲੀ ਮੇਨ ਪਰਪਸ ਇਹ ਹੈ ਵੀ ਇੱਕ ਵਾਰੀ ਤੁਸੀਂ ਕਨਸੈਪਟ ਜੋ ਆਪਣੇ ਚੰਗੀ ਤਰ੍ਹਾਂ ਸਮਝ ਲਏ, ਬੇਸਿਕਸ ਕਲੀਅਰ ਕਰ ਲਏ, ਉਸ ਤੋਂ ਬਾਅਦ ਤੁਸੀਂ ਪ੍ਰੈਕਟਿਸ ਕਰੋ ਵੱਧ ਤੋਂ ਵੱਧ, ਕਿਉਂਕਿ ਪ੍ਰੈਕਟਿਸ ਨੇ ਹੀ ਤੁਹਾਡੀ ਉਹ ਚੀਜ਼ ਸ਼ਾਰਪ ਕਰਨੀ ਆ। ਤੁਸੀਂ ਵੀਡੀਓਜ਼ ਭਾਵੇਂ ਜਿੰਨੇ ਮਰਜ਼ੀ ਟਾਈਮ ਦੇਖ ਲਓ, ਪਰ ਜੇ ਤੁਸੀਂ ਪ੍ਰੈਕਟਿਸ ਨਹੀਂ ਇਨਫ ਕਰੋਗੇ ਤਾਂ ਤੁਹਾਡੇ ਉੱਥੇ ਐਗਜ਼ਾਮ 'ਚ ਕੁਐਸਚਨ ਸੋਲਵ ਨਹੀਂ ਹੋਣੇ।
ਲਾਇਬ੍ਰੇਰੀ 'ਚ ਜਿੱਥੇ ਤੁਸੀਂ ਤਿਆਰੀ ਕਰ ਰਹੇ ਹੋ ਉੱਥੇ ਸੋਲਵ ਹੋ ਸਕਦੇ, ਬਟ ਤੁਹਾਨੂੰ ਉੱਥੇ ਔਖਾ ਹੋਊਗਾ। ਉਦੋਂ ਬਾਅਦ ਮਾਡਰਨ ਹਿਸਟਰੀ ਜਦੋਂ ਆਪਾਂ ਦੇਖੀਏ, ਮਾਡਰਨ ਹਿਸਟਰੀ ਦੇ ਲਈ ਮੈਂ ਮੇਨ ਪੜ੍ਹਿਆ ਸੀਗਾ ਜੋ ਸੀਗਾ ਸਪੈਕਟਰਮ ਪੜ੍ਹੀ ਸੀਗੀ। ਸਪੈਕਟਰਮ ਤੋਂ ਬਾਅਦ ਜੇ ਤੁਸੀਂ ਫੈਕਟਸ ਲਈ ਜਾਣਾ ਹੈ, ਬਿਲਕੁਲ ਪਿਓਰ ਫੈਕਟਸ ਲਈ ਤੁਸੀਂ ਲੂਸੈਂਟ ਜਾਂ ਅਰੀਹੰਤ ਦੋਵਾਂ 'ਚ ਕੋਈ ਇੱਕ ਫੋਲੋ ਕਰ ਸਕਦੇ ਹੋ। ਉਸ ਤੋਂ ਬਾਅਦ ਪੋਲਿਟੀ ਲਈ ਲਕਸ਼ਮੀਕਾਂਤ, ਅਤੇ ਉਦੋਂ ਬਾਅਦ ਕੰਪਿਊਟਰ ਲਈ ਮੈਂ ਲੂਸੈਂਟ ਪੜ੍ਹੀ ਸੀਗੀ। ਲੂਸੈਂਟ ਤੋਂ ਬਾਅਦ ਇੱਕ ਔਨਲਾਈਨ ਵੀ ਮੈਂ ਚੈਨਲਸ ਤੋਂ ਕੀਤਾ ਸੀਗਾ ਕੰਪਿਊਟਰ ਦੇ ਕੁਛ ਕੁਐਸਚਨਸ ਜੋ ਮੈਂ ਨੋਟਸ ਬਣਾਏ ਸੀਗੇ ਖੁਦ ਦੇ। ਉਸ ਤੋਂ ਬਾਅਦ ਸੀਗਾ ਪੰਜਾਬ ਦਾ, ਪੰਜਾਬ ਜੀਕੇ ਦਾ। ਪੰਜਾਬ ਜੀਕੇ ਨੂੰ ਮੈਂ ਸਾਡਾ ਪੰਜਾਬ ਜੋ ਕਿ ਇੱਕ ਸਟੈਂਡਰਡ ਬੁੱਕ ਹੈ ਆਈ ਥਿੰਕ, ਉਹ ਸਾਰੇ ਪੜ੍ਹਦੇ ਅਤੇ ਮੈਂ ਵੀ ਉਹੀ ਪੜ੍ਹੀ ਸੀਗੀ। ਉਸ ਤੋਂ ਬਾਅਦ ਮੈਂ ਔਨਲਾਈਨ ਜੋ ਰਿਸਰਚ ਕੀਤਾ ਸੀਗਾ, ਜੋ ਵੀ ਮੈਨੂੰ ਕੋਈ ਫੈਕਟ ਮਿਲਦੇ ਸੀਗੇ ਐਕਸਟਰਾ ਜਾਂ ਕੋਈ ਐਕਸਟਰਾ ਨੌਲੇਜ ਮਿਲਦੀ ਸੀ ਪੰਜਾਬ ਜੀਕੇ ਦੇ ਰਿਲੇਟਡ, ਟੌਪਿਕ ਸੇਮ ਹੀ ਹੁੰਦੇ ਸੀ, ਉਹਦੇ ਅੰਡਰ ਜੋ ਮੈਨੂੰ ਕੋਈ ਐਕਸਟਰਾ ਨੌਲੇਜ ਮਿਲ ਸਕੇ ਮੈਂ ਉਹ ਕਵਰ ਕਰਕੇ ਆਪਦੇ ਨੋਟਸ ਬਣਾਏ ਸੀ। ਇੰਗਲਿਸ਼ ਦੀ ਗੱਲ ਕਰੀਏ ਤਾਂ ਇੰਗਲਿਸ਼ ਦੇ ਲਈ ਮੈਂ ਔਨਲਾਈਨ ਸੋਰਸ ਫੋਲੋ ਕੀਤਾ ਸੀਗਾ ਅਮਨ ਵਿਸ਼ੇਸ਼ ਸਰ, ਉਹਨਾਂ ਦਾ ਵੀ YouTube 'ਤੇ ਲੈਕਚਰਸ ਅਵੇਲੇਬਲ ਨੇ। ਤੁਸੀਂ ਉਹਨਾਂ ਦੇ ਲੈਕਚਰਸ ਲਗਾ ਕੇ ਆਪਦੇ ਜਦੋਂ ਕਨਸੈਪਟ ਕਲੀਅਰ ਹੋ ਗਏ, ਉਸ ਤੋਂ ਬਾਅਦ ਤੁਸੀਂ ਕੋਈ ਵੀ SSC ਦੀ ਲਈ ਬੁੱਕ, ਫੋਰ ਐਗਜ਼ਾਮਪਲ SSC ਦੀ ਕਿਰਨ ਦੀ ਬੁੱਕ ਆਉਂਦੀ ਹੈ ਜਾਂ ਰਕੇਸ਼ ਯਾਦਵ ਸਰ ਦੀ ਬੁੱਕ ਆਉਂਦੀ ਆ, ਤੁਸੀਂ ਉਹਨਾਂ ਤੋਂ ਪ੍ਰੈਕਟਿਸ ਕਰੋ ਵੱਧ ਤੋਂ ਵੱਧ ਇੰਗਲਿਸ਼ ਲਈ। ਉਸ ਤੋਂ ਬਾਅਦ ਪੰਜਾਬੀ ਲਈ ਨਰੇਸ਼ ਦੁੱਗਲ ਸਰ ਦੀ ਇੱਕ ਬੁੱਕ ਆਉਂਦੀ ਆ, ਉਹ ਬੇਸਿਕ ਬੁੱਕ ਆ, ਉਹ ਤੁਸੀਂ ਕਰ ਲਓ। ਆਈ ਥਿੰਕ ਦੈਟਸ ਮੋਰ ਦੈਨ ਇਨਫ ਫॉर PSSB। ਉਸ ਤੋਂ ਬਾਅਦ ਕਰੰਟ ਅਫੇਅਰਸ ਹੈ। ਕਰੰਟ ਅਫੇਅਰਸ ਦੇ ਐਕਚੁਅਲੀ ਨਿਊਮਰਸ ਸੋਰਸਿਸ ਅਵੇਲੇਬਲ ਹੈ ਮਾਰਕੀਟ ਦੇ ਵਿੱਚ, ਤਾਂ ਤੁਸੀਂ ਕੋਈ ਇੱਕ ਫੋਲੋ ਕਰ ਸਕਦੇ ਹੋ ਜੇ ਤੁਹਾਨੂੰ ਹਾਂ ਵੀ ਹੈਗਾ ਵੀ ਮੈਂ ਤੁਹਾਡੇ ਕੋਲ ਟਾਈਮ ਹੈਗਾ ਤਾਂ ਮੈਕਸਿਮਮ 2, ਇਸ ਤੋਂ ਵੱਧ ਨਹੀਂ। ਆਈ ਥਿੰਕ 2 ਸੋਰਸਿਸ ਸਫੀਸ਼ੀਐਂਟ ਨੇ ਕਿ ਸੋ ਮੈਂ ਜੋ ਹੁਣ ਆਪਣਾ ਸਟੱਡੀ ਜੋ ਸ਼ਡਿਊਲ ਬਣਾਇਆ ਕਿਸ ਹਿਸਾਬ ਨਾਲ ਡਿਜ਼ਾਈਨ ਕੀਤਾ ਸੀ ਆਪਦੇ ਪੂਰੇ ਦਿਨ ਦਾ ਸੀਗਾ। ਐਕਚੁਅਲੀ ਮੇਰੇ ਵੀਕਲੀ ਟਾਰਗੇਟਸ ਡਿਫਾਈਨ ਕੀਤੇ ਹੁੰਦੇ ਸੀਗੇ ਪਹਿਲਾਂ ਹੀ, ਵੀ ਮੈਂ ਇੱਕ ਵੀਕ ਦੇ ਵਿੱਚ ਆਪਣਾ ਕਿਹੜਾ ਸਬਜੈਕਟ ਕਿੰਨੇ ਤੱਕ ਕਰਨਾ। ਫੋਰ ਐਗਜ਼ਾਮਪਲ ਜੇ ਮੈਂ 2 ਚੈਪਟਰ ਕਰਨੇ ਇੱਕ ਹਫ਼ਤੇ ਦੇ ਵਿੱਚ ਮੈਥ ਦੇ, ਤਾਂ ਮੈਂ ਉਹ 2 ਚੈਪਟਰ ਪੂਰਾ ਫੋਕਸ ਕਰਦਾ 2 ਚੈਪਟਰ ਇੱਕ ਹਫ਼ਤੇ 'ਚ ਖ਼ਤਮ ਕਰਨੇ ਆ। ਸਟਾਰਟਿੰਗ ਮੈਂ ਦਿਨ ਦੀ ਕਰਦਾ ਸੀਗਾ ਆਪਦੇ ਕੁਆਂਟ ਦੇ ਨਾਲ, ਕੁਆਂਟ ਐਂਡ ਰੀਜ਼ਨਿੰਗ ਕਰਦਾ ਸੀਗਾ ਮੈਂ। ਉਸ ਤੋਂ ਬਾਅਦ ਆਫਟਰ ਲੰਚ ਮੈਂ ਫਿਰ ਇੱਕ 2-2 ਘੰਟੇ ਜੋ GS ਦੇ ਪੋਰਸ਼ਨਸ ਨੇ ਲਾਈਕ ਮਾਡਰਨ ਹਿਸਟਰੀ ਹੈ, ਪੋਲਿਟੀ ਹੈ, 2 ਘੰਟੇ ਮਾਡਰਨ ਹਿਸਟਰੀ, 2 ਘੰਟੇ ਪੋਲਿਟੀ, ਫਿਰ 2 ਘੰਟੇ ਇਕਨੋਮਿਕਸ। ਐਂ ਫਿਰ ਅਗਲੇ ਦਿਨ ਉਹ ਅਲਟਰਨੇਟ ਚੱਲ ਪੈਂਦਾ ਸੀਗਾ। ਅਗਲੇ ਦਿਨ GS ਦੇ ਬਦਲ ਜਾਂਦੇ ਸੀਗੇ, ਸਵੇਰ ਦਾ ਸੇਮ ਹੀ ਰਹਿੰਦਾ ਸੀਗਾ ਮੈਥ ਐਂਡ ਰੀਜ਼ਨਿੰਗ, ਸ਼ਾਮ ਨੂੰ GS ਦੇ ਚੇਂਜ ਹੋ ਜਾਂਦੇ ਸੀ, ਲਾਈਕ ਇੰਗਲਿਸ਼ ਹੋ ਜਾਂਦਾ ਸੀ, ਪੰਜਾਬੀ ਹੋ ਜਾਂਦਾ ਸੀ, ਕੰਪਿਊਟਰ ਹੋ ਜਾਂਦਾ ਸੀ, ਅਤੇ ਪੰਜਾਬ GK ਹੋ ਜਾਂਦੀ ਸੀਗਾ। ਸੋ ਫਰੈਂਡਸ, ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਐਗਜ਼ਾਮ ਹੁੰਦੇ ਆ PPSC ਦੇ ਦੁਆਰਾ ਅਤੇ PSSB ਦੁਆਰਾ। ਸੋ ਜੇ ਮੈਂ ਆਪਦੇ ਨਜ਼ਰੀਏ ਨਾਲ ਦੱਸਾਂ 60% ਜਿਹੜਾ ਸਿਲੇਬਸ ਹੁੰਦਾ ਹੈ ਓਵਰਲੈਪ ਕਰਦਾ ਦੋਵਾਂ ਐਗਜ਼ਾਮਸ ਦੇ ਵਿੱਚ। ਉਹੀ ਸਿਲੇਬਸ PSSB ਦੇ ਵਿੱਚ ਵੀ ਹੁੰਦਾ ਹੈ, PPSC ਦੇ ਵਿੱਚ ਹੁੰਦਾ ਹੈ। ਬਸ ਐਗਜ਼ਾਮ ਨੂੰ ਲੈ ਕੇ ਥੋੜ੍ਹੀ ਜਿਹੀ ਅਪਰੋਚ ਆਪਾਂ ਨੂੰ ਚੇਂਜ ਕਰਨੀ ਪੈਂਦੀ ਹੈ। ਜਿਵੇਂ GS ਹੋ ਗਿਆ, ਮੈਥ ਰੀਜ਼ਨਿੰਗ ਹੈਗਾ, ਉਹ PPSC 'ਚ ਵੀ ਆਉਂਦਾ, PSSB 'ਚ ਵੀ ਆਉਂਦਾ। ਸੋ ਜਦੋਂ ਵੀ ਕੋਈ ਪੇਪਰ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਪਹਿਲਾਂ ਅਪਰੋਚ ਕਰ ਰਿਹਾ, ਤੁਸੀਂ ਉਹਦੇ ਵੱਲ ਜਦੋਂ ਤੁਸੀਂ ਉਹਨੂੰ ਫੋਕਸ ਕਰਕੇ ਆਪਦੀ ਅਪਰੋਚ ਉਹਦੇ ਅਕੋਰਡਿੰਗਲੀ ਤਿਆਰ ਕਰੋਗੇ। ਜਦੋਂ ਤੁਹਾਨੂੰ ਲੱਗਦਾ ਵੀ PSSB ਦਾ ਪੇਪਰ ਆ ਰਿਹਾ, ਮੰਨ ਲਓ ਵੀ ਪਟਵਾਰੀ ਦਾ ਪੇਪਰ ਆ ਰਿਹਾ, ਤਾਂ ਤੁਸੀਂ ਉਹ ਦੇਖੋਗੇ ਸਿਲੇਬਸ ਦੇ ਵਿੱਚ ਕਿਹੜਾ ਪੋਰਸ਼ਨ ਆ ਜਿਹੜਾ ਮੈਂ ਬਿਲਕੁਲ ਹੀ ਟੱਚ ਨਹੀਂ ਕੀਤਾ, ਜਾਂ ਮੈਂ ਬਿਲਕੁਲ ਹੀ ਨਹੀਂ, ਹਾਲੇ ਮੈਨੂੰ ਬਹੁਤ ਇਹਦੇ 'ਤੇ ਫੋਕਸ ਕਰਨ ਦੀ ਲੋੜ ਆ। ਜਿਵੇਂ ਮੰਨ ਲਓ ਕੰਪਿਊਟਰ ਨਵਾਂ ਹੋ ਗਿਆ ਹੈ ਨਾ, ਗ੍ਰਾਮਰ ਹੋ ਗਈ, ਇੰਗਲਿਸ਼ ਦੀ, ਪੰਜਾਬੀ ਦੀ ਹੋ ਗਈ। ਸੋ ਇਹ ਚੀਜ਼ਾਂ ਨੂੰ ਤੁਸੀਂ ਕਰੋਗੇ ਇੱਕ ਵੱਖਰਾ ਆਪਦਾ ਇਹਦੇ ਵਾਸਤੇ, ਇਹਦੇ ਨੂੰ ਫੋਕਸ ਕਰਕੇ ਇਹਨੂੰ ਵਧੀਆ ਪ੍ਰਿਪੇਅਰ ਕਰੋਗੇ। ਦੇਖੋ ਜਿਹੜਾ GS ਹੁੰਦਾ ਨਾ ਤਕਰੀਬਨ ਸਾਰਿਆਂ ਦਾ ਉਹਦੇ ਵਿੱਚੋਂ ਇਕੁਅਲੀ ਵਧੀਆ ਹੋ ਹੀ ਜਾਂਦਾ, ਮਤਲਬ ਜਿਨ੍ਹਾਂ ਨੇ ਪਹਿਲਾਂ ਵੀ ਪੜ੍ਹਿਆ ਹੁੰਦਾ, ਬਾਅਦ 'ਚ ਪੜ੍ਹਿਆ ਹੁੰਦਾ। ਜਿਹੜਾ ਕਿਸੇ ਵੀ ਐਗਜ਼ਾਮ ਦੇ ਵਿੱਚ ਫਰਕ ਪਾਉਂਦੇ ਆ, ਉਹ ਪਾਉਂਦੇ ਮੈਥ ਰੀਜ਼ਨਿੰਗ ਪਲੱਸ ਜਿਹੜੇ ਇਹ ਅਲੱਗ ਤੋਂ ਸਿਲੇਬਸ ਦੇ ਵਿੱਚ ਡਿਫਰੈਂਸ਼ੀਏਟ ਕੀਤੇ ਹੁੰਦੇ। ਕੋਈ ਸਪੈਸ਼ਲਾਈਜ਼ ਪੇਪਰ ਹੁੰਦੇ ਆ ਜਿਵੇਂ, ਉਹਦੇ ਵਿੱਚੋਂ ਜਿਹੜਾ ਅਲੱਗ ਤੋਂ ਸਿਲੇਬਸ ਹੁੰਦਾ। ਸੋ ਤੁਹਾਡੀ ਫੋਕਸ ਹਮੇਸ਼ਾ ਹੋਣੀ ਚਾਹੀਦੀ ਹੈ ਵੀ ਜਿਹੜੀ ਤੁਹਾਡਾ ਵੀਕ ਪੁਆਇੰਟ ਆ, ਜਿਹੜਾ ਤੁਸੀਂ ਹਜੇ ਟੱਚ ਹੀ ਨਹੀਂ ਕੀਤਾ, ਜਾਂ ਤੁਹਾਡੀ ਪ੍ਰੈਪਰੇਸ਼ਨ ਜਿਸ ਸਬਜੈਕਟ ਵਾਸਤੇ ਘੱਟ ਆ, ਤੁਸੀਂ ਉਸ ਪੇਪਰ ਦੇ ਨੂੰ ਲੈ ਕੇ ਉਹਦੇ 'ਤੇ ਥੋੜ੍ਹਾ ਜ਼ਿਆਦਾ ਫੋਕਸ ਕਰੋ ਅਤੇ ਜਿਹੜਾ ਪਹਿਲਾਂ ਕੀਤਾ ਉਹਨੂੰ ਰਿਵਾਈਜ਼ ਕਰੋ। ਸੋ ਹੁਣ ਜੇ ਆਪਾਂ PPSC ਐਂਡ PSSB ਬੋਰਡ, ਇਹਨਾਂ ਦੋਵਾਂ ਦੇ ਐਗਜ਼ਾਮ ਦਾ ਜੇ ਆਪਾਂ ਅਪਰੋਚ ਦਾ ਡਿਫਰੈਂਸ ਦੇਖੀਏ ਤਾਂ ਡਿਫਰੈਂਸ ਕੋਈ ਜ਼ਿਆਦਾ ਨਹੀਂ ਹੈਗਾ। ਬੇਸਿਕਲੀ ਕੀ ਹੁੰਦਾ ਵੀ PSSB ਦੇ ਵਿੱਚ ਜਿਵੇਂ ਮੈਥ ਕੀ ਕਹਿੰਦੇ ਆ ਪੰਜਾਬੀ, ਇੰਗਲਿਸ਼, ਇੱਦਾਂ ਦੇ ਜਿਹੜੇ ਸਬਜੈਕਟਸ ਆ ਉਹ ਥੋੜ੍ਹੇ ਐਕਸਟਰਾ ਆ ਜਾਂਦੇ ਨੇ। ਸੋ ਵੈਸੇ ਤਿਆਰੀ ਮੋਸਟ ਆਫ ਦੋਵਾਂ ਦੀ ਸੇਮ ਹੀ ਹੈ। ਅਪਰੋਚਿਸ ਮੈਂ ਦੱਸ ਦਿੰਦਾ, PPSC ਥੋੜ੍ਹਾ ਜਿਹਾ ਕੰਸੈਪਚੁਅਲ ਲੈਵਲ 'ਤੇ ਵੀ ਚਲੀ ਜਾਂਦੀ ਹੈ, ਕੰਸੈਪਟ ਵੀ ਪੁੱਛਦੀ ਆ, ਥੋੜ੍ਹਾ ਤੁਹਾਡੀ ਡੀਪ ਅੰਡਰਸਟੈਂਡਿੰਗ ਦੇਖਦੀ ਹੈ ਤੁਹਾਡੇ ਟੌਪਿਕ ਦੀ। ਅਤੇ PSSB ਦਾ ਸਿੱਧਾ ਇੱਕ ਸਟ੍ਰੇਟ ਫੰਡਾ ਹੈ ਵੀ ਉਹਨਾਂ ਨੇ ਤੁਹਾਡੀ ਫੈਕਚੁਅਲ ਨੌਲੇਜ ਚੈੱਕ ਕਰਨੀ ਹੈ। ਤੁਹਾਡੇ ਫੈਕਟਸ ਤੁਹਾਨੂੰ ਜਿੰਨੇ ਜ਼ਿਆਦਾ ਆਉਂਦੇ ਨੇ, ਤੁਹਾਡਾ ਉਹਨਾਂ PSSB ਕਲੀਅਰ ਕਰਨ ਦਾ ਜ਼ਿਆਦਾ ਚਾਂਸ ਹੈ। ਸੋ ਜਦੋਂ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਜੇ ਦੋਵਾਂ ਦੀ ਤਿਆਰੀ ਕਰ ਰਹੇ ਹੋ,
ਫਿਰ ਤਾਂ ਤੁਸੀਂ ਕੰਪਰੀਹੈਂਸਿਵਲੀ ਸਟੱਡੀ ਕਰੋ। ਪਰ ਜੇ ਤੁਹਾਨੂੰ ਲੱਗਦਾ ਵੀ ਮੈਂ PSSB ਦਾ ਐਗਜ਼ਾਮ ਨੇੜੇ ਆ ਅਤੇ ਮੈਂ ਉਹ ਦੇਣਾ, ਫਿਰ ਤੁਸੀਂ ਫੈਕਟਸ ਵੱਲ ਜ਼ਿਆਦਾ ਧਿਆਨ ਦਿਓ ਅਤੇ ਫੈਕਟਸ ਦਿਓ। ਅਤੇ ਜਿਹੜੇ ਬਾਕੀ ਦੇ ਜੋ ਇਹਦੇ ਡਿਫਰੈਂਟ ਸਬਜੈਕਟਸ ਨੇ, ਲਾਈਕ ਇਹ 'ਚ ਇੰਗਲਿਸ਼ ਅਲੱਗ ਆਉਂਦੀ ਹੈ, ਪੰਜਾਬੀ ਅਲੱਗ ਆਉਂਦੀ ਹੈ, ਅਤੇ ਆਹ ਮੇਨ ਇਹੀ ਸਬਜੈਕਟ ਨੇ, ਅਤੇ ਇਹਨਾਂ 'ਤੇ ਵੀ ਫੋਕਸ ਕਰ ਸਕਦੇ ਹੋ। ਪਰ ਇਹ ਐਂ ਆ ਵੀ ਤੁਸੀਂ ਐਗਜ਼ਾਮ ਤੋਂ 2 ਮਹੀਨੇ ਪਹਿਲਾਂ ਵੀ ਕਵਰ ਕਰ ਸਕਦੇ ਹੋ। ਇੰਗਲਿਸ਼ ਪੰਜਾਬੀ ਕੋਈ ਜ਼ਿਆਦਾ ਇਹਦਾ ਟਫ ਨਹੀਂ ਹੁੰਦਾ। ਤੁਸੀਂ GS ਕੰਪਰੀਹੈਂਸਿਵਲੀ ਸ਼ੁਰੂ ਤੋਂ ਹੀ ਕਵਰ ਕਰਦੇ ਰਹੋ, ਪਲੱਸ ਆਪਣਾ CSAT ਸਟਰੋਂਗ ਰੱਖੋ, ਲਾਈਕ ਮੈਥ ਐਂਡ ਰੀਜ਼ਨਿੰਗ ਬੋਥ। ਸੋ ਫਰੈਂਡਸ, ਹੁਣ ਆਪਾਂ ਗੱਲ ਕਰਦੇ ਹਾਂ ਵੀ ਪੇਪਰ ਵਾਲੇ ਦਿਨ ਤੁਸੀਂ ਆਪਦਾ ਪੇਪਰ ਨੂੰ ਕਿਵੇਂ ਅਪਰੋਚ ਕੀਤਾ। ਸੋ ਮੈਂ ਜਦੋਂ ਜਿਵੇਂ ਪਹਿਲਾਂ ਮੌਕ ਵਗੈਰਾ ਆਪਦੇ ਟੈਸਟ ਕਰੇ ਸੀ, ਤਾਂ ਮੈਂ ਆਪਦੀ ਵੀਕਐਂਡ ਪੋਜ਼ਿਟਿਵ ਪੁਆਇੰਟ ਚੈੱਕ ਕਰ ਲਏ ਸੀ ਵੀ ਮੈਂ ਜੇ ਇੱਥੋਂ ਸਟਾਰਟ ਕਰਦਾ ਤਾਂ ਮੇਰੇ ਇੰਨੇ ਕੁ ਮਾਰਕਸ ਬਣਦੇ ਆ, ਜੇ ਮੈਂ ਇੱਧਰੋਂ ਸਟਾਰਟ ਕਰਦਾ ਤਾਂ ਮੇਰੇ ਇੰਨੇ ਕੁ ਮਾਰਕਸ ਬਣਦੇ ਆ। ਸੋ ਮੈਂ ਹਮੇਸ਼ਾ ਹੀ ਜਿਹੜਾ ਮੇਰਾ ਮੈਥ ਰੀਜ਼ਨਿੰਗ ਦਾ ਪੋਰਸ਼ਨ ਹੁੰਦਾ ਸੀ, ਐਂਡ ਆਫ ਦਾ ਐਗਜ਼ਾਮ ਰੱਖਦਾ ਸੀ, ਕਿਉਂਕਿ ਕਈ ਵਾਰੀ ਮੇਰੇ ਜਦੋਂ ਮੈਂ ਮੈਥ ਸ਼ੁਰੂ ਕਰਦਾ ਸੀ ਪਹਿਲਾਂ ਮੈਂ ਨਰਵਸ ਹੋ ਜਾਂਦਾ ਸੀ, ਕਈ ਵਾਰੀ ਕੁਐਸਚਨ ਟਾਈਮ ਜ਼ਿਆਦਾ ਲੈਂਦੇ ਸੀ। ਸੋ ਜਦੋਂ ਮੇਰਾ ਉਸ ਤੋਂ ਬਾਅਦ ਮੈਂ ਜਦੋਂ GS ਦੇ ਕੁਐਸਚਨ ਜਾਂਦਾ ਹੁੰਦਾ ਸੀ, ਕਈ ਵਾਰੀ ਦਿਮਾਗ ਜਿਹੜਾ ਆਪਣਾ ਕੰਮ ਮਤਲਬ ਕਰਦਾ ਹੁੰਦਾ ਸੀ, ਉਹ ਚੀਜ਼ਾਂ ਰੀਕਾਲ ਨਹੀਂ ਕਰ ਪਾਉਂਦਾ ਸੀ। ਇਸ ਕਰਕੇ ਮੈਂ ਉਹਨੂੰ ਮੈਥ ਰੀਜ਼ਨਿੰਗ ਨੂੰ ਲਾਸਟ 'ਤੇ ਰੱਖਿਆ, ਅਤੇ ਮੈਂ ਪਹਿਲਾਂ GS ਦੇ ਕੁਐਸਚਨ ਸਾਰੇ ਆਪਦੇ ਸੋਲਵ ਕਰਕੇ ਪ੍ਰੋਪਰਲੀ, ਉਸ ਤੋਂ ਬਾਅਦ ਇੱਕ ਟਾਈਮ ਸੈੱਟ ਹੁੰਦਾ ਸੀ ਵੀ ਮੈਂ ਜੇ 2 ਘੰਟਿਆਂ ਦਾ ਪੇਪਰ ਆ ਤਾਂ ਮੈਂ ਇੱਕ ਘੰਟੇ 20 ਮਿੰਟ ਦੇ ਵਿੱਚ ਮੈਂ ਆਪਦਾ GS ਕੰਪਲੀਟ ਕਰਕੇ ਅਤੇ ਫਿਰ ਮੈਥ ਰੀਜ਼ਨਿੰਗ 40 ਮਿੰਟਾਂ ਦੇ ਵਿੱਚ ਜਾਂ 50 ਮਿੰਟਾਂ ਦੇ ਵਿੱਚ ਆਪਦੀ ਕੰਪਲੀਟ ਕਰਨੀ ਆ। ਅਤੇ ਮੈਂ ਜਿਹੜਾ ਰੀਜ਼ਨਿੰਗ ਅਤੇ ਮੈਥ ਵਾਲਾ ਪੋਰਸ਼ਨ ਹੁੰਦਾ ਸੀ, ਉਹਦੇ ਵਿੱਚੋਂ ਰੀਜ਼ਨਿੰਗ ਪਹਿਲਾਂ ਕਰਦਾ ਸੀ ਅਤੇ ਮੈਥ ਐਂਡ 'ਚ ਕਰਦਾ ਸੀ ਵੀ ਜਿੰਨੇ ਮੈਕਸੀਮਮ ਸੋਲਵ ਹੋ ਜਾਣਗੇ ਠੀਕ ਹੈ, ਚਲੋ ਜੇ ਰਹਿ ਵੀ ਗਏ ਤਾਂ ਬਾਕੀ ਸਾਰਾ ਪੇਪਰ ਤਾਂ ਵਧੀਆ ਮਤਲਬ ਆਪਦਾ ਅਟੈਂਪਟ ਹੋ ਗਿਆ। ਸੋ ਇਹ ਮੇਰੀ ਅਪਰੋਚ ਹੁੰਦੀ ਸੀ। ਜੇ ਹੁਣ ਆਪਾਂ ਅਪਰੋਚ ਦੀ ਗੱਲ ਕਰੀਏ ਵੀ ਫੋਰ ਐਗਜ਼ਾਮਪਲ ਜਦੋਂ ਐਗਜ਼ਾਮ ਤੁਹਾਡਾ ਨੇੜੇ ਆ, ਲਾਈਕ 20 ਦਿਨਾਂ ਬਾਅਦ ਤੁਹਾਡਾ ਐਗਜ਼ਾਮ ਹੈ, ਤਾਂ ਤੁਸੀਂ ਕਿਸੇ ਵੀ ਲਾਈਕ ਮੌਕ ਟੈਸਟ ਜ਼ਰੂਰ ਦਿਓ। ਮੌਕ ਟੈਸਟ ਦੇਣੇ ਮਤਲਬ ਬਹੁਤ ਜ਼ਰੂਰੀ ਹੈ, ਤੁਹਾਨੂੰ ਬਹੁਤ ਹੈਲਪ ਕਰਦੇ ਆ ਮੌਕ ਟੈਸਟ। ਇੱਕ ਤਾਂ ਤੁਹਾਡੀ ਟਾਈਮ ਮੈਨੇਜਮੈਂਟ 'ਚ ਹੈਲਪ ਕਰਦੇ ਆ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਨੂੰ ਕਿੰਨਾ ਟਾਈਮ ਲੱਗ ਰਿਹਾ, ਵੀ ਐਗਜ਼ਾਮ ਤੁਹਾਡਾ ਪੂਰਾ ਹੋ ਵੀ ਰਿਹਾ ਕਿ ਨਹੀਂ, ਵੀ ਤੁਹਾਡੇ ਉਨੇ ਮਾਰਕਸ ਆ ਵੀ ਰਹੇ ਜਾਂ ਨਹੀਂ। ਸਭ ਮੇਨ ਕੰਮ ਹੈ ਇਹਦਾ ਟਾਈਮ ਮੈਨੇਜਮੈਂਟ। ਸੋ ਜਦੋਂ ਮੈਂ ਮੌਕਸ ਦਿੱਤੇ ਤਾਂ ਮੈਨੂੰ ਪਤਾ ਲੱਗਿਆ ਵੀ ਜੇ ਮੈਂ ਮੈਥ ਪਹਿਲਾਂ ਕਰਦਾ ਫਿਰ ਮੇਰਾ ਟਾਈਮਲੀ ਪੇਪਰ ਕੰਪਲੀਟ ਹੋ ਰਿਹਾ, ਬਟ ਜੇ ਮੈਂ GS ਪਹਿਲਾਂ ਕਰ ਰਿਹਾ ਫਿਰ ਮੇਰਾ ਪੇਪਰ ਟਾਈਮ 'ਤੇ ਕੰਪਲੀਟ ਨਹੀਂ ਹੋ ਰਿਹਾ। ਸੋ ਮੈਂ ਇਹੀ ਐਗਜ਼ਾਮ ਦੇ ਵਿੱਚ ਅਪਰੋਚ ਕੀਤੀ, ਕਿਉਂਕਿ ਮੈਂ ਮੌਕ ਟੈਸਟ ਲਗਾ ਕੇ ਗਿਆ ਸੀ ਕਾਫੀ, ਅਤੇ ਐਗਜ਼ਾਮ ਦੇ ਵਿੱਚ ਮੈਂ ਪਹਿਲਾਂ ਮੈਥ ਰੀਜ਼ਨਿੰਗ ਕੀਤਾ। ਮੈਥ ਰੀਜ਼ਨਿੰਗ ਕਰਨ ਤੋਂ ਬਾਅਦ ਕਿਉਂਕਿ ਆਪਾਂ ਜਦੋਂ ਐਗਜ਼ਾਮ ਦੇ ਵਿੱਚ ਬੈਠਦੇ ਹਾਂ ਫਰੈਸ਼ ਮਾਈਂਡ ਹੁੰਦਾ, ਵੀ ਆਪਾਂ ਨੂੰ ਮੈਥ ਰੀਜ਼ਨਿੰਗ 'ਚ ਉਦੋਂ ਜੇ ਟਾਈਮ ਘੱਟ ਲੱਗਦਾ, ਪਲੱਸ ਉਦੋਂ ਸੋਲਵ ਵੀ ਜਲਦੀ ਹੋ ਜਾਂਦਾ ਅਤੇ ਮੈਥ ਰੀਜ਼ਨਿੰਗ ਸੋਲਵ ਕਰਨ ਤੋਂ ਬਾਅਦ ਫਿਰ ਮੈਂ ਆਪਦੇ GS ਦੇ ਕੁਐਸਚਨ ਕਰੇ। ਅਤੇ ਜੇ ਮੈਂ GS ਦੇ ਕੁਐਸਚਨ ਪਹਿਲਾਂ ਸੋਲਵ ਕਰਦਾ ਸੀ ਮੌਕ ਟੈਸਟ 'ਚ, ਮੈਂ ਇਹ ਕੀਤਾ ਵੀ ਜਦੋਂ ਆਪਾਂ GS ਪਹਿਲਾਂ ਸੋਲਵ ਕਰ ਲਈ ਅਤੇ ਆਪਾਂ ਅਨਨੈਸੈਸਰੀ ਟਾਈਮ ਲਾ ਰਹੇ ਹਾਂ, ਜਿਹੜੇ ਕੁਐਸਚਨ ਆਪਾਂ ਨੂੰ ਸ਼ੋਰਟ ਵੀ ਆਪਾਂ ਉਹ ਵੀ 2 ਵਾਰੀ ਚੈੱਕ ਕਰ ਲੈਂਦੇ ਹਾਂ। ਸੋ ਅਨਨੈਸੈਸਰੀ ਟਾਈਮ ਉੱਥੇ ਵੇਸਟ ਕੀਤਾ, ਅਤੇ ਐਂਡ ਦੇ ਵਿੱਚ ਆਪਾਂ ਨੂੰ ਕੋਲ CSAT ਲਈ ਘੱਟ ਟਾਈਮ ਰਹਿ ਗਿਆ ਮੈਥ ਰੀਜ਼ਨਿੰਗ ਲਈ। ਅਤੇ ਮੈਥ ਰੀਜ਼ਨਿੰਗ 'ਤੇ ਫਿਰ ਉਹ ਘੱਟ ਟਾਈਮ ਰਹਿਣ ਦੇ ਤੇਜ਼ ਕਰਨ ਦੇ ਚੱਕਰ 'ਚ ਮੈਥ ਰੀਜ਼ਨਿੰਗ ਆਪਾਂ ਕੋਈ ਮਤਲਬ ਜੇ ਆਪਾਂ ਕੋਈ ਫੋਰ ਐਗਜ਼ਾਮਪਲ ਵੈਲਿਊ ਗਲਤ ਲਿਖ ਲਈ ਤਾਂ ਉਹਦੇ ਨਾਲ ਆਪਣਾ ਕੁਐਸਚਨ ਨਹੀਂ ਸੋਲਵ ਹੋਇਆ ਅਤੇ ਉਹਦੇ ਨਾਲ ਐਗਜ਼ਾਮ ਰਹਿ ਜਾਂਦਾ ਸੀਗਾ ਮੇਰਾ। ਸੋ ਮੈਂ ਤਾਂ ਹੀ ਮੇਰੀ ਅਪਰੋਚ ਇਹ ਸੀਗੀ ਵੀ ਪਹਿਲਾਂ ਮੈਂ ਮੈਥ ਰੀਜ਼ਨਿੰਗ ਕਰਦਾ ਸੀਗਾ ਐਗਜ਼ਾਮ ਦੇ ਵਿੱਚ ਜਾ ਕੇ, ਉਦੋਂ ਬਾਅਦ GS ਕਰਦਾ ਸੀਗਾ। ਸੋ ਹੁਣ ਐਸਪੈਰੈਂਟਸ ਜਿਹੜੇ ਹੈਗੇ ਉਹਨਾਂ ਵਾਸਤੇ ਮੇਰੀ ਸੁਜੈਸ਼ਨ ਆ ਵੀ ਜਿਵੇਂ ਤੁਹਾਡਾ ਨੈਕਸਟ ਡੇ ਪੇਪਰ ਹੈਗਾ ਤਾਂ ਤੁਸੀਂ ਇੱਕ ਦਿਨ ਪਹਿਲਾਂ ਬਹੁਤ ਵਧੀਆ ਸਾਊਂਡ ਸਲੀਪ ਲੈਣੀ ਆ। ਤੁਹਾਡਾ ਜਿੱਦਾਂ ਮਾਈਂਡ ਰਿਲੈਕਸ ਹੋਊਗਾ ਪੇਪਰ ਦੇ ਵਿੱਚ ਤੁਸੀਂ ਬੈਠ ਕੇ ਉਨੇ ਹੀ ਕੰਫਰਟੇਬਲ ਹੋਵੋਗੇ ਅਤੇ ਉਨੀ ਹੀ ਈਜ਼ੀਲੀ ਤੁਸੀਂ ਚੀਜ਼ਾਂ ਨੂੰ ਰੀਕਾਲ ਕਰ ਸਕੋਗੇ। ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਕਹਾਂ ਵੀ ਜਦੋਂ ਤੁਹਾਡਾ ਪੇਪਰ ਹੋਵੇ ਨੈਕਸਟ ਡੇ ਤਾਂ ਤੁਸੀਂ ਆਪਦੇ ਆਪ ਪ੍ਰੋਪਰ ਕੌਨਫੀਡੈਂਟ ਹੋ ਕੇ ਪੇਪਰ ਦੇਣ ਜਾਣਾ। ਜਦੋਂ ਤੁਸੀਂ ਕੌਨਫੀਡੈਂਟ ਹੋ ਕੇ ਜਾਓਗੇ, ਰਿਲੈਕਸ ਹੋ ਕੇ ਜਾਓਗੇ, ਕਿਉਂਕਿ ਤੁਸੀਂ ਆਲਰੇਡੀ ਕੁਛ ਚੀਜ਼ਾਂ ਪੜ੍ਹੀਆਂ ਹੁੰਦੀਆਂ, ਜਦੋਂ ਪੇਪਰ ਦੇ ਵਿੱਚ ਆਉਣਗੀਆਂ ਤੁਸੀਂ ਆਟੋਮੈਟਿਕਲੀ ਤੁਹਾਡੇ ਬ੍ਰੇਨ ਨੇ ਰੀਕਾਲ ਕਰ ਲੈਣੀਆਂ ਜੇ ਤੁਸੀਂ ਰਿਲੈਕਸਡ ਹੋਵੋਗੇ, ਕੌਨਫੀਡੈਂਟ ਹੋਵੋਗੇ, ਜੇ ਤੁਸੀਂ ਨੀਂਦ ਪੂਰੀ ਲਈ ਵੀ ਰਿਲੈਕਸ ਹੋਵੋਗੇ। ਅਤੇ ਜੇ ਤੁਸੀਂ ਓਵਰਪਾਵਰਡ ਕੀਤਾ ਹੋਇਆ ਆਪਦੇ ਦਿਮਾਗ ਨੂੰ ਬੰਬਾਰਡ ਕੀਤਾ ਹੋਇਆ ਨੌਲੇਜ ਨਾਲ, ਸਟਰੈਸ ਨਾਲ, ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਤੁਸੀਂ ਪੜ੍ਹੀਆਂ ਵੀ ਆ, ਜਿਹੜੀਆਂ ਤੁਹਾਨੂੰ ਤੁਸੀਂ ਚੰਗੀ ਤਰ੍ਹਾਂ ਕਰਕੇ ਵੀ ਗਏ, ਉਹ ਵੀ ਔਨ ਦਾ ਮੂਵਮੈਂਟ ਤੁਸੀਂ ਰੀਕਾਲ ਨਹੀਂ ਕਰ ਸਕੋਗੇ। ਐਂਡ ਲਾਸਟਲੀ ਮੈਂ ਤੁਹਾਨੂੰ ਇਹ ਕਹਿਣਾ, ਇਸ ਪੇਪਰ ਵਾਸਤੇ PSSB ਦੇ ਪੇਪਰ ਵਾਸਤੇ ਗੇਮ ਚੇਂਜਰ ਹੁੰਦੇ ਆ ਜਿਹੜੇ ਮੈਥ ਰੀਜ਼ਨਿੰਗ ਅਤੇ ਕਰੰਟ ਅਫੇਅਰ। ਸੋ ਇਹਨਾਂ ਨੂੰ ਤੁਸੀਂ ਜਿੰਨਾ ਵਧੀਆ ਤਿਆਰ ਕਰ ਲਓਗੇ ਜਾਂ ਜਿੰਨੀ ਕੰਸਿਸਟੈਂਸੀ ਨਾਲ ਤਿਆਰ ਕਰ ਲਓਗੇ, ਰੈਗੂਲਰ ਤਿਆਰ ਕਰ ਲਓਗੇ, ਅਤੇ ਜਿੰਨੀ ਵਾਰੀ ਰਿਵੀਜ਼ਨ ਕਰੋਗੇ ਉਨੀ ਘੱਟ ਆ। ਸੋ ਮੇਰਾ ਇਹੀ ਮੈਸੇਜ ਹੈ ਵੀ ਵੱਧ ਤੋਂ ਵੱਧ ਰਿਵੀਜ਼ਨ ਕਰੋ ਅਤੇ ਰਿਲੈਕਸ ਹੋ ਕੇ ਤਿਆਰੀ ਕਰੋ ਔਰ ਪੇਪਰ ਵੀ ਕੌਨਫੀਡੈਂਟ ਹੋ ਕੇ ਦੇਣ ਜਾਓ। ਸੋ ਮੈਂ ਇਹੀ ਸੁਜੈਸਟ ਕਰੂੰਗਾ ਸਾਰਿਆਂ ਨੂੰ ਜੋ ਵੀ ਤਿਆਰੀ ਕਰ ਰਹੇ ਨੇ ਐਗਜ਼ਾਮਸ ਦੀ,
ਵੀ ਤੁਸੀਂ ਪਹਿਲੀ ਗੱਲ ਤਾਂ ਕੌਨਫੀਡੈਂਸ ਰੱਖਣਾ ਆਪਦੇ ਆਪ 'ਚ। ਕੌਨਫੀਡੈਂਸ ਕਿਵੇਂ ਆਊਗਾ ਵੀ ਤੁਸੀਂ ਪਹਿਲੀ ਗੱਲ ਤਾਂ ਵੀ ਇਹ ਜੋ ਤਿਆਰੀ ਕੀਤੀ ਉਹਨੂੰ ਰਿਵਾਈਜ਼ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ, ਮਲਟੀਪਲ ਰਿਵੀਜ਼ਨਸ ਤੁਹਾਡੀਆਂ ਹੈਗੀਆਂ, ਇਹ ਤੁਹਾਨੂੰ ਬਹੁਤ ਕੌਨਫੀਡੈਂਸ ਦੇਊਗੀ। ਪਲੱਸ ਜੋ ਤੁਸੀਂ ਮੌਕਸ ਲਗਾਓਗੇ ਤੁਹਾਡੀਆਂ ਕਮੀਆਂ, ਤੁਸੀਂ ਆਪਦੀਆਂ ਕਮੀਆਂ ਦੂਰ ਕਰੋਗੇ। ਤੇ ਤੁਸੀਂ ਕਮੀਆਂ ਵੀ ਆਪਦੀਆਂ ਜਿੰਨੀਆਂ ਹੱਦ ਹੋ ਸਕਦਾ ਦੂਰ ਕਰੋਗੇ, ਅਤੇ ਪਲੱਸ ਤੁਸੀਂ ਕੰਸਿਸਟੈਂਟ ਰਹਿ ਕੇ ਉਸ ਚੀਜ਼ ਨੂੰ ਰਿਵਾਈਜ਼ ਚੰਗੀ ਤਰ੍ਹਾਂ ਕੀਤਾ ਹੋਊਗਾ ਤਾਂ ਤੁਹਾਡੇ 'ਚ ਕੌਨਫੀਡੈਂਸ ਆਊਗਾ। ਇੱਕ ਫਰੈਸ਼ ਮਾਈਂਡ ਦੇ ਨਾਲ ਤੁਸੀਂ ਐਗਜ਼ਾਮ ਦੇਣਾ, ਅਤੇ ਉੱਥੇ ਕਈ ਵਾਰੀ ਕੀ ਹੁੰਦਾ ਵੀ ਐਗਜ਼ਾਮ ਦੇ ਵਿੱਚ ਕੁਛ ਕੁਐਸਚਨਸ ਆਪਾਂ ਨੂੰ ਨਹੀਂ ਆ ਰਹੇ ਹੁੰਦੇ, ਤਾਂ ਉਹਨੂੰ ਉੱਥੇ ਤੁਸੀਂ ਰੁਕੇ ਨਹੀਂ ਰਹਿਣਾ। ਤੁਸੀਂ ਜਿਹੜੇ ਐਟਲੀਸਟ ਜਿਹੜੇ ਕੁਐਸਚਨ ਤੁਹਾਨੂੰ ਪਹਿਲਾਂ ਆਉਂਦੇ ਨੇ ਉਹ ਤੁਸੀਂ ਜ਼ਰੂਰ ਕਰੋ। ਉਦੋਂ ਬਾਅਦ ਉਹਨਾਂ ਕੁਐਸਚਨਸ 'ਤੇ ਦੁਬਾਰਾ ਆਓ। ਹੋ ਸਕਦਾ ਤੁਸੀਂ ਉਹਨੂੰ ਦੁਬਾਰਾ ਰਿਕਾਲ ਕਰ ਸਕਦੇ ਹੋ, ਕਰ ਲਓ ਉਸ ਟਾਈਮ 'ਤੇ, ਜਾਂ ਤੁਸੀਂ ਹੋ ਸਕਦਾ ਵੀ ਉਹਨੂੰ ਜੋ ਤੁਸੀਂ ਫੋਰ ਐਗਜ਼ਾਮਪਲ ਜੇ ਕੋਈ ਮੈਥ ਦਾ ਕੁਐਸਚਨ ਹੈ ਤੁਸੀਂ ਦੁਬਾਰਾ ਸੋਲਵ ਕਰਨ ਲੱਗੋ, ਕਈ ਵਾਰੀ ਉਹ ਦੁਬਾਰਾ ਸੋਲਵ ਹੋ ਜਾਣ। ਸੋ ਇਹੀ ਅਪਰੋਚ ਹੈ ਵੀ ਰਿਲੈਕਸ ਮਾਈਂਡ ਰਹੋ, ਕੰਸਿਸਟੈਂਸੀ ਬਹੁਤ ਜ਼ਰੂਰੀ ਹੈ, ਕੰਸਿਸਟੈਂਟ ਰਹੋ, ਅਤੇ ਵਧੀਆ ਮਲਟੀਪਲ ਰਿਵੀਜ਼ਨਸ ਕਰੋ, ਕੌਨਫੀਡੈਂਸ ਰਹੋ।